ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸਨਾ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸਨਾ ਭਰਿਆ ਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਗੁਰਮੁਖ ਬੂਝੈ ਸ਼ਬਦ ਪਤੀਜੈ, ਉਸਤਤ ਨਿੰਦਾ ਕਿਸ ਕੀ ਕੀਜੈ। ਗੁਰਮੁਖ ਬੂਝੈ ਸ਼ਬਦ ਪਤੀਜੈ, ਉਸਤਤ ਨਿੰਦਾ ਕਿਸ ਕੀ ਕੀਜੈ। ਚੀਨਹੁ ਆਪ ਜਪਹੁ ਜਗਦੀਸਰ, ਹਰ ਜਗਨਨਾਥ ਮਨ ਭਾਇਆ। ਜੋ ਬ੍ਰਹਮੰਡ ਖੰਡ ਸੋ ਜਾਣਹੁ, ਗੁਰਮੁਖ ਬੂਝਹੁ ਸ਼ਬਦ ਪਛਾਣਹੁ। ਘਟ ਘਟ ਭੋਗੇ ਭੋਗਣ ਹਾਰਾ, ਰਹਿ ਅਤੀਤ ਸਵਾਇਆ। ਗੁਰਮਤਿ ਬੋਲਹੁ ਹਰ ਜਸ ਸੂਚਾ, ਗੁਰਮਤਿ ਆਖੀ ਦੇਖੋ ਊਚਾ।
श्रवणी नाम सुनै हर बाणी, नानक हर रंग रंगाया। श्रवणी गुरमत बोलहो हर जस सूचा, गुरमत आखी देखो ऊंचा। श्रवणी नाम सुनै हर बाणी, नानक हर रंग रंगाया। वाहिगुरु जी का खालसा, वाहिगुरु जी की फतेह। परम सन्मानयोग जुगो जुग अटल चवर छतर तख दे मालक, धन धन साहिब श्री गुरु ग्रंथ साहिब सच्चे सतगुरु जी दी पावन पवित्र निघी गोद अंदर जुड़ बैठे गुरु रूप गुरु सवारे सतसंगी जनों। आप जी बड़ियां भागां वाले हो जो दशमेश पिता गुरु कलगीधर सतगुरु अमृत के दाते सर्वांस दानी सहबे कमाल धन धन साहिब श्री गुरु गोबिंद सिंह महाराज जी की चरण छो धरती, महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सतसंगत करके सतगुरु जी दियां खुशियां प्राप्त कर रहे हो। अमृत वेले तो सजे दीवाना विच आप जी ने हुणे ही सत्कार जो गुरु घर दे कीर्तनियां पासों श्री आसा जी की वार दे कीर्तन श्रवण कीते हन। सुआओ गुरु सवारियो, समा है जो चल रही लड़ीवार गुरबाणी दी कथा मारू राग दे विचों आप संगतां श्रवण करदियां आ रहीआं हन। गुरु पातशाह दी किरपा सदका कल तक दी विचार दे विच 12 पदियां तक सतगुरु जी ने आप बख्शिश करके विचार करवाई सी। अज सतगुरु गुरु नानक साहब महाराज 13वें बंद द्वारा सानू पावन उपदेश बख्शिश कर रहे हैं। आओ अपनियां मन बिरतियां इकागर करिए, ध्यान गुरु चरणों नाल जोड़िए ते सतगुरु महाराज जी दे पावन उपदेश नूं हिरदियां विच बसा के अपना जीवन सफला करिए। करो सारे अपनी रसना पवित्र, आखो जी सतनाम श्री वाहिगुरु साहिब जी। गुरमुख बूझै शब्द पतीजै, उस्तत निंदा किसकी कीजै। धन धन साहिब श्री गुरु नानक देव महाराज बख्शिश कर रहे हैं। गुरमुख जिहड़ा गुरु दे सन्मुख रहन वाला, जिहड़ा गुरु दे सिੱਖਿਆ अनुसार अपने जीवन नूं बतीत करदा है। पातशाह जी वचन करते हैं, वो गुरमुख जन अपने अंदर दी बुझ लैंदे ने, उन्हां नूं ज्ञान हो जाता है। वो शब्द नाल जुड़ के उन्होंने अपने अंतर आत्मा पता लगता है। अंतर ध्यान हो के फिर वो गुरमुख जन उस मालक की इबादत करते हैं।
ਕਹਿੰਦੇ ਇਹ ਗੁਰਮੁਖ ਜਨ ਨੂੰ ਇਹ ਗਿਆਨ ਕਿੱਥੋਂ ਪ੍ਰਾਪਤ ਹੋਇਆ? ਤੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਭਤੀਜੈ। ਜਦੋਂ ਉਹ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ, ਸ਼ਬਦ ਨਾਲ ਜੁੜਨਾ, ਸ਼ਬਦ ਦੀ ਵਿਚਾਰ ਕਰਨੀ, ਸ਼ਬਦ ਨੂੰ ਪੜ੍ਹਨਾ ਤੇ ਸ਼ਬਦ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਬਤੀਤ ਕਰਨਾ, ਇਹ ਗੁਰਮੁਖਾਂ ਦਾ ਜੀਵਨ ਹੈ। ਤੇ ਸ਼ਬਦ ਤੋਂ ਬਿਲਕੁਲ ਉਹ ਬਾਹਜ ਨਹੀਂ ਹੁੰਦੇ ਗੁਰੂ ਸਵਾਰੇ। ਇਸ ਕਰਕੇ ਉਹ ਆਪਣੇ ਅੰਦਰ ਦੀ ਖੋਜ ਕਰਦੇ ਹਨ। ਇਸ ਤਰ੍ਹਾਂ ਸ਼ਬਦ ਨਾਲ ਜੁੜ ਕੇ ਹੀ ਉਸ ਮਾਲਕ ਦੀ ਉਸਤਤ ਕਰਦੇ ਨੇ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਪ੍ਰਭੂ ਪਰਮਾਤਮਾ ਹੈ, ਪ੍ਰਭੂ ਪਰਮਾਤਮਾ ਨੂੰ ਸ਼ਬਦ ਦੇ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਨੂੰ ਸਤਿਗੁਰੂ ਜੀ ਨੇ ਰਤਨ ਦੱਸਣਾ ਕੀਤਾ ਹੈ। ਸਤਿਗੁਰੂ ਜੀ ਦਾ ਫਰਮਾਨ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ। ਗੁਰੂ ਦਾ ਸ਼ਬਦ ਕੀ ਹੈ? ਇੱਕ ਰਤਨ। ਰਤਨ ਜਿਵੇਂ ਕੀਮਤੀ ਹੈ, ਦੁਨਿਆਵੀ ਰਤਨ ਦੀ ਤਾਂ ਕੀਮਤ ਪੈ ਜਾਂਦੀ ਹੈ, ਪਰ ਗੁਰੂ ਦੇ ਸ਼ਬਦ ਰੂਪੀ ਰਤਨ ਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ। ਕਹਿੰਦੇ ਇੰਨਾ ਕੀਮਤੀ ਇਹ ਗੁਰੂ ਕਾ ਸ਼ਬਦ ਰੂਪੀ ਰਤਨ ਹੈ, ਜਿਹਨੂੰ ਹੀਰੇ ਇਤਿਆਦਿਕ ਜੜਤ ਕੀਤੇ ਹੋਏ ਹਨ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਜਦੋਂ ਸੱਚੇ ਪਰਮੇਸ਼ਰ ਨਾਲ ਭਾਵ ਪ੍ਰੇਮ ਪੈਦਾ ਹੋ ਜਾਂਦਾ ਨਾ, ਤੇ ਆਪ ਹੀ ਗੁਰੂ ਸਰੇ ਪਰਮੇਸ਼ਰ ਕਿਰਪਾ ਕਰਕੇ ਜੀਵ ਦੇ ਮਨ ਨੂੰ ਸ਼ਬਦ ਜੋੜ ਦਿੰਦਾ। ਜਦੋਂ ਗੁਰੂ ਦਾ ਬਖਸ਼ੇ ਹੋਏ ਸ਼ਬਦ ਵਿੱਚ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਹੇ ਭਾਈ, ਗੁਰੂ ਦਾ ਸ਼ਬਦ ਰਤਨ ਹੈ ਜਿਹੜਾ ਹੀਰੇ ਨਾਲ ਜੜਤ ਕੀਤਾ ਹੋਇਆ ਹੈ। ਤੇ ਇਸ ਤਰ੍ਹਾਂ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ ਨਾ, ਉਹਨਾਂ ਨੂੰ ਫਿਰ ਗੁਰੂ ਦੇ ਸ਼ਬਦ ਵਿੱਚੋਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਦਾ ਫਰਮਾਨ ਕਿ ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ, ਤਿੰਨ ਹੱਥ ਚੜ੍ਹਿਆ ਆਰਾਮ। ਗੁਰੂ ਦਾ ਸ਼ਬਦ ਰਤਨਾਂ ਨਾਲ ਭਰਿਆ ਹੋਇਆ। ਗੁਰੂ ਇੱਕ ਸਮੁੰਦਰ ਹੈ। ਜਿਵੇਂ ਸਮੁੰਦਰ ਦੇ ਵਿੱਚ ਅਨੇਕਾਂ ਹੀ ਰਤਨ ਨੇ, ਇਸੇ ਤਰ੍ਹਾਂ ਗੁਰੂ ਦੇ ਵਿੱਚ ਗੁਰੂ ਸਵਾਰੇ ਬਹੁਤ ਸਾਰੇ ਰਤਨ ਹਨ। ਤੇ ਗੱਲ ਕੀ ਹੈ? ਆਪਾਂ ਹੰਸ ਬਿਰਤੀ ਬਣਾਉਣੀ ਹੈ। ਜਿਹਦੀ ਹੰਸ ਬਿਰਤੀ ਹੈ, ਉਹ ਹੰਸ ਬਿਰਤੀ ਬਣਾ ਕੇ ਗੁਰੂ ਰੂਪੀ ਸਮੁੰਦਰ ਦੇ ਵਿੱਚੋਂ ਸ਼ੁਭ ਗੁਣਾ ਰੂਪੀ ਰਤਨ ਪ੍ਰਾਪਤ ਕਰ, ਮੋਤੀ ਪ੍ਰਾਪਤ ਕਰ ਲੈਂਦਾ ਹੈ। ਪਰ ਜਿਸ ਜੀਵ ਦੀ ਬਗਲਾ ਬਿਰਤੀ ਹੈ ਨਾ, ਉਹ ਬਾਹਰ ਬੈਠਾ ਹੀ ਸਮਾਧੀ ਲਾ ਕੇ ਬੈਠਾ ਰਹਿੰਦਾ ਏ, ਤੇ ਉਹਨੂੰ ਰਤਨ ਨਹੀਂ ਪ੍ਰਾਪਤ ਹੁੰਦੇ ਹਨ। ਉਹਦੀ ਹਾਲਤ ਇਹੋ ਜਿਹੀ ਹੁੰਦੀ ਹੈ ਕਿ ਧਾਰਮਿਕ ਸਥਾਨਾਂ ਉੱਤੇ ਆ ਕੇ ਵੀ ਉਹ ਆਪਣੀ ਬਗਲਾ ਬਿਰਤੀ ਨਹੀਂ ਤਿਆਗਦਾ ਹੈ। ਗੁਰੂ ਪਾਤਸ਼ਾਹ ਨੇ ਸਿੱਖ ਨੂੰ ਹੰਸ ਬਣਾਉਣਾ ਕੀਤਾ ਕਿ ਸਿੱਖ ਹੰਸ ਬਿਰਤੀ, ਜਿਵੇਂ ਹੰਸ ਮਾਨ ਸਰੋਵਰ ਵਿੱਚ ਚੁੱਭੀ ਮਾਰਦਾ ਤੇ ਚੁੱਭੀ ਮਾਰ ਕੇ ਤੇ ਵਿੱਚੋਂ ਗੁਰੂ ਸਵਾਰੇ ਉਹ ਮੋਤੀ ਲੈ ਕੇ ਆਉਂਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਸਿੱਖਾ, ਜਦੋਂ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਨੀ ਹੈ ਤੇ ਬਾਣੀ ਤਾਂ ਹੰਸ ਬਿਰਤੀ ਵਾਂਗ ਪੜ੍ਹਨੀ ਹੈ। ਜਿਵੇਂ ਹੰਸ ਮੋਤੀ ਲੈ ਕੇ ਆਉਂਦਾ ਹੈ, ਤੈਮੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਨ ਵੇਲੇ, ਸੰਗਤ ਕਰਨ ਵੇਲੇ ਤਾਂ ਸ਼ੁਭ ਗੁਣਾ ਰੂਪੀ ਮੋਤੀ ਪ੍ਰਾਪਤ ਕਰਨੇ ਨੇ। ਮੋਤੀ ਕੀ ਨੇ? ਸਤਿਗੁਰ ਦੀ ਬਾਣੀ ਨੂੰ ਪੜ੍ਹਨਾ, ਫਿਰ ਬਾਣੀ ਨੂੰ ਵਿਚਾਰਨਾ, ਫਿਰ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ। ਫਿਰ ਗੁਰੂ ਸਵਾਰੇ ਇਹ ਜਿਹੜੇ ਰਤਨ ਨੇ, ਇਹ ਫਿਰ ਜਿਹੜੇ ਸ਼ੁਭ ਗੁਣ ਰੂਪੀ ਰਤਨ ਉਸ ਪਿਆਰੇ ਨੂੰ ਪ੍ਰਾਪਤ ਹੋ ਜਾਂਦੇ ਹਨ। ਇਸੇ ਪ੍ਰਕਾਰ ਹੀ
ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ। ਭਾਈ ਗੁਰਦਾਸ ਜੀ ਸ਼ਬਦ ਦੀ ਪਰਿਭਾਸ਼ਾ, ਸ਼ਬਦ ਦੀ ਵਡਿਆਈ ਕਰ ਰਹੇ ਨੇ, ਦੱਸ ਰਹੇ ਨੇ। ਵੱਖਰੀਆਂ ਵੱਖਰੀਆਂ ਉਦਾਹਰਣਾਂ ਦੇ ਕੇ ਭਾਈ ਸਾਹਿਬ ਜੀ ਨੇ ਸਮਝਾਇਆ। ਕਹਿੰਦੇ ਨੇ ਜੈਸੇ ਬਿਨ ਲੋਚਨ ਬੇਲੋਚੀਆਂ ਨ ਰੂਪ ਰੰਗ, ਸ਼ਰਵਣ ਬਿਹੂਣ ਰਾਗ ਨਾਦ ਨ ਸੁਨੀਜੀਐ, जैसे बिन जिह्वा न उच्चरै शब्द, अर नासका बिहून बास बासना न लीजिए, जैसे बिन कार कर सकै न किरत कर्म, चरण बिहून भौन गौन गत कीजिए, असन बसन बिन धीरज न धरै देह, बिन गुर शब्द नह प्रेम रस पीजिए। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਨੇਤਰਾਂ ਤੋਂ ਬਿਨਾਂ ਰੂਪ ਰੰਗ ਨਹੀਂ ਦੇਖਿਆ ਜਾਂਦਾ ਹੈ, ਨੇਤਰਾਂ ਵਿੱਚ ਲਾਈਟ ਹੈ, ਰੋਸ਼ਨੀ ਹੈ, ਤੇ ਆਪਾਂ ਦੂਰ ਦੂਰ ਤੱਕ ਤੱਕ ਸਕਦੇ ਹਾਂ। ਪਰ ਜੇ ਨੇਤਰਾਂ ਦੀ ਲਾਈਟ ਰੋਸ਼ਨੀ ਖਤਮ ਹੋ ਗਈ, ਆਪਾਂ ਕਿਸੇ ਦਾ ਰੂਪ ਰੰਗ ਨਹੀਂ ਕੁਝ ਦੇਖ ਕੇ ਦੱਸ ਨਹੀਂ ਸਕਦੇ ਹਾਂ, ਕਿਉਂਕਿ ਦਿਖਾਈ ਨਹੀਂ ਦਿੰਦਾ ਹੈ। ਤੇ ਕੰਨਾਂ ਤੋਂ ਬਿਨਾਂ ਸੁਣਿਆ ਨਹੀਂ ਜਾ ਸਕਦਾ। ਰਾਗ ਨਾਦ ਇਤਿਆਦਿਕ ਕਿਸੇ ਦੀ ਬੋਲੀ ਸੁਣਨੀ, ਬੋਲ ਸੁਣਨੇ, ਅਤੇ ਉਹਨੂੰ ਸੁਣਨ ਲਈ ਸਾਡੇ ਕੰਨ ਸਹੀ ਸਲਾਮਤ ਹੋਣੇ ਚਾਹੀਦੇ ਹਨ। ਜੇ ਕੰਨਾਂ ਦੇ ਵਿੱਚੋਂ ਸਾਨੂੰ ਸੁਣਾਈ ਨਾ ਦੇਵੇ ਤੇ ਆਪਾਂ ਸੰਸਾਰ ਵਿੱਚ ਉਸ ਮਨੁੱਖ ਨੂੰ ਕਹਿੰਦੇ ਕਿ ਫਲਾਣਾ ਬੋਲਾ ਹੈ, ਇਹਨੂੰ ਕੋਈ ਸੁਣਾਈ ਨਹੀਂ ਦਿੰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਨੇਤਰਾਂ ਤੋਂ ਬਿਨਾਂ ਦੇਖਿਆ ਨਹੀਂ ਜਾ ਸਕਦਾ, ਕੰਨਾਂ ਤੋਂ ਬਿਨਾਂ ਸੁਣਿਆ ਨਹੀਂ ਜਾ ਸਕਦਾ ਹੈ, ਤੇ ਇਸੇ ਤਰ੍ਹਾਂ ਜੇਬਾ ਤੋਂ ਬਿਨਾਂ, ਜ਼ਬਾਨ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ। ਜੈਸੇ ਬਿਨ ਕਹਿੰਦੇ ਇਸ ਤਰ੍ਹਾਂ ਜੀਭਾ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ ਹੈ। ਸ਼ਰਵਣ ਬਿਹੂਣ ਰਾਗ ਨਾਦ ਨ ਸੁਨੀਜੀਐ, ਜੈਸੇ ਬਿਨ ਜਿਹਬਾ ਨ ਉਚਰੈ ਸ਼ਬਦ, ਅਰ ਨਾਸਕਾ ਬਿਹੂਣ ਬਾਸ ਬਾਸ ਨ ਲੀਜੀਐ। ਨਾਸਕਾ ਨੱਕ ਜਿਹਦੇ ਰਾਹੀਂ ਆਪਾਂ ਸੁਗੰਧੀ ਲੈਂਦੇ ਹਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਮੰਨ ਲਿਆ ਜਾਵੇ ਜੀਵ ਤੇਰੇ ਕੋਲ ਨੱਕ ਨਾ ਹੋਵੇ, ਤੇ ਨੱਕ ਤੋਂ ਬਿਨਾਂ ਤੈਨੂੰ ਕਿਵੇਂ ਸੁਗੰਧੀ ਤੂੰ ਕਿਵੇਂ ਲੈ ਸਕਦਾ, ਕਿਵੇਂ ਬਾਸ਼ਨਾ ਲੈ ਸਕਦਾ ਹੈ? ਪਰ ਨੱਕ ਦੇ ਰਾਹੀਂ ਹੀ ਤੂੰ ਬਾਸ਼ਨਾ ਲੈ ਰਿਹਾ ਹੈ। ਫਿਰ ਅਗਲੀ ਉਦਾਹਰਨ ਦਿੰਦੇ ਨੇ, ਕਹਿੰਦੇ ਨਾਸਕਾ ਬਿਹੂਨ ਬਾਸ ਬਾਸਨਾ ਲੀਜੀਐ, ਜੈਸੇ ਕਹਿੰਦੇ ਜਿਸ ਤਰ੍ਹਾਂ ਪੈਰਾਂ ਤੋਂ ਬਿਨਾਂ ਕਹਿੰਦੇ ਤੁਰ ਕੇ ਮਾਨੋ ਤੇਰਾ ਆਲੀਸ਼ਾਨ ਮਕਾਨ ਬਣਿਆ, ਵਧੀਆ ਘਰ ਬਣਿਆ ਹੋਇਆ ਏ, ਪਰ ਤੇਰੇ ਕੋਲ ਕਹਿੰਦੇ ਜੇ ਤੁਰਨ ਦੀ ਸ਼ਕਤੀ ਨਹੀਂ ਹੈ, ਸਮਰੱਥਾ ਨਹੀਂ, ਤੇਰੇ ਪੈਰ ਕੰਮ ਨਹੀਂ ਕਰਦੇ ਹਨ। ਕਹਿੰਦੇ ਪੈਰਾਂ ਤੋਂ ਬਿਨਾਂ ਤੂੰ ਕਿਵੇਂ ਵਿਚਰ ਸਕਦਾ ਹੈ? ਭਾਵ ਨਹੀਂ ਵਿਚਰ ਸਕਦਾ ਹੈ। ਜੇ ਪੈਰ ਸਹੀ ਸਲਾਮਤ ਨੇ ਫਿਰ ਤੂੰ ਦੂਰ ਦੂਰ ਤੱਕ ਸਫ਼ਰ ਤੈਅ ਕਰ ਸਕਦਾ ਹੈ। ਜੇ ਪੈਰ ਸਹੀ ਸਲਾਮਤ ਨਹੀਂ ਹਨ ਫਿਰ ਤੂੰ ਇੱਕ ਵੀ ਕਦਮ ਗੁਰੂ ਆਪਣੇ ਘਰ ਦੇ ਵਿੱਚ ਪੁੱਟ ਨਹੀਂ ਸਕਦਾ ਹੈ। ਇਸੇ ਤਰ੍ਹਾਂ ਅਸਨ ਬਸਨ ਬਿਨ ਧੀਰਜ ਨਾ ਧਰੈ ਦੇਹ, ਬਿਨ ਗੁਰ ਸ਼ਬਦ ਨਹਿ ਪ੍ਰੇਮ ਰਸ ਪੀਜੀਐ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਇਹ ਪੰਜ ਭੂਤਕ ਦੇਹੀ ਹੈ, ਇਸ ਦੇਹੀ ਨੂੰ ਪਾਲਣ ਦੇ ਲਈ, ਇਸ ਦੇਹੀ ਨੂੰ ਚਲਾਉਣ ਦੇ ਲਈ ਭੋਜਨ ਦੀ ਲੋੜ ਹੈ। ਇਸ ਦੇਹੀ ਨੂੰ ਢੱਕਣ ਦੇ ਲਈ ਬਸਨ ਬਸਤਰ ਦੀ ਲੋੜ ਹੈ। ਦੋ ਚੀਜ਼ਾਂ, ਬਸਤਰ ਤੇ ਭੋਜਨ। ਇਹ ਤੋਂ ਬਿਨਾਂ ਸਾਡਾ ਜਿਹੜਾ ਪੰਜ ਭੂਤਕ ਸਰੀਰ ਸਹੀ ਸਲਾਮਤ ਨਹੀਂ ਰਹਿ ਸਕਦਾ ਹੈ। ਤੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਭੋਜਨ ਤੋਂ ਬਿਨਾਂ, ਪ੍ਰਸ਼ਾਦੇ ਤੋਂ ਬਿਨਾਂ ਦੇਹੀ ਜਿਹੜੀ ਹੈ, ਇਹ ਚੱਲ ਨਹੀਂ ਸਕਦੀ ਹੈ। ਬਸਤਰ ਤੋਂ ਬਿਨਾਂ ਨਗਨ ਨਹੀਂ ਢੱਕਿਆ ਜਾ ਸਕਦਾ ਹੈ। ਇਸੇ ਪ੍ਰਕਾਰ ਹੀ ਬਿਨ ਗੁਰ ਸ਼ਬਦ ਨਹਿ ਪ੍ਰੇਮ ਰਸ ਪੀਜੀ ਹੈ। ਐ ਸਿੱਖਾ, ਜੇ ਤੂੰ ਚਾਹੁੰਦਾ ਨਾ ਮੈਂ ਪ੍ਰੇਮ ਦਾ ਰਸ ਪੀਣਾ, ਮੈਂ ਪ੍ਰੇਮ ਰਸ 'ਚ ਮਗਨ ਹੋਣਾ ਹੈ, ਤੇ ਕਹਿੰਦੇ ਨੇ ਵੀ ਤੈਨੂੰ ਸ਼ਬਦ ਨਾਲ ਜੁੜਨਾ ਪਵੇਗਾ। ਜੋ ਸ਼ਬਦ ਨਾਲ ਜੁੜੇਗਾ, ਸ਼ਬਦ ਦੀ ਵਿਚਾਰਧਾਰਾ ਨੂੰ ਹਿਰਦੇ ਅੰਦਰ ਵਸਾਵੇਗਾ, ਸ਼ਬਦ ਦੇ ਨਾਲ ਹੀ ਸ਼ਬਦ ਦੇ ਸੁਰਤੀ ਦਾ ਸੁਮੇਲ ਹੋਵੇਗਾ, ਤੇ ਉਦੋਂ ਤੱਕ ਤੈਨੂੰ ਪ੍ਰੇਮ ਦਾ ਰਸ ਪ੍ਰਾਪਤ ਨਹੀਂ ਹੋਵੇਗਾ। ਜੇ ਤੂੰ ਚਾਹੁੰਦਾ ਮੇਰਾ ਗੁਰੂ ਨਾਲ ਪ੍ਰੇਮ ਬਣੇ, ਪਰਮੇਸ਼ਰ ਨਾਲ ਪ੍ਰੇਮ ਬਣੇ,
ਤੇ ਇਸ ਪ੍ਰੇਮ ਨੂੰ ਬਣਾਉਣ ਹਿੱਤ ਤੈਨੂੰ ਸ਼ਬਦ ਦਾ ਅਭਿਆਸ ਕਰਨਾ ਪਵੇਗਾ। ਸ਼ਬਦ ਦਾ ਅਭਿਆਸ ਕੀ ਹੈ? ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ। ਦੇਖੋ ਪੁਰਾਣੇ ਸਮਿਆਂ 'ਚ ਮਹਾਂਪੁਰਖ ਇੱਕ ਇੱਕ ਸ਼ਬਦ ਨੂੰ 108 ਵਾਰੀ ਪੜ੍ਹਾਉਂਦੇ ਸੀ। ਉਹ ਕਾਰਨ ਕੀ ਸੀ? ਕਾਰਨ ਇਹ ਸੀ ਤਾਂ ਕਿ ਜਿਹੜੇ ਇਹ ਸ਼ਬਦ ਹੈ, ਇਹ ਸ਼ਬਦ ਪੜ੍ਹਨ ਵਾਲੇ ਨੂੰ ਯਾਦ ਹੋ ਜਾਵੇ ਤੇ ਜ਼ਬਾਨੀ ਬਾਣੀ ਕੰਠ ਕਰਨੀ। ਤੇ ਗੁਰੂ ਸਵਾਰੇ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਸਤਿਗੁਰੂ ਜੋਤੀ ਜੋਤ ਸਮਾਏ ਸੀ ਹਜ਼ੂਰ ਸਾਹਿਬ ਦੀ ਧਰਤੀ ਤੇ, 52 ਹੁਕਮਨਾਮਿਆਂ ਦੇ ਵਿੱਚ ਪਾਤਸ਼ਾਹ ਨੇ ਇਹ ਬਚਨ ਕੀਤੇ ਸੀ ਕਿ ਸਿੰਘ ਨੇ ਵੱਧ ਤੋਂ ਵੱਧ ਬਾਣੀ ਕੰਠ ਕਰਨੀ ਹੈ। ਪੁਰਾਣੇ ਕਹਾਵਤ ਬਣੀ ਹੋਈ ਹੈ, ਕਹਿੰਦੇ ਨੇ ਬਾਣੀ ਕੰਠ ਪੈਸਾ ਗੰਠ। ਬਾਣੀ ਉਹ ਜਿਹੜੀ ਕੰਠ ਹੋਵੇ। ਆਪਾਂ ਸਫ਼ਰ ਕਰ ਰਹੇ ਹਾਂ, ਸਾਡੇ ਕੋਲ ਕੋਈ ਸਾਧਨ ਨਹੀਂ ਹੈ, ਗੁਟਕਾ ਸਾਹਿਬ ਨਹੀਂ ਹੈ, ਪੋਥੀ ਨਹੀਂ ਹੈ, ਆਪਾਂ ਨਿਤਨੇਮ ਨਹੀਂ ਕਰ ਸਕਦੇ ਹਾਂ। ਜੇ ਸਾਨੂੰ ਬਾਣੀ ਕੰਠ ਹੈ, ਨਿਤਨੇਮ ਕੰਠ ਹੈ। ਸਾਡੇ ਮੋਬਾਇਲ ਫੋਨ ਵੀ ਅੱਜ ਕੱਲ੍ਹ ਸੌਖਾ ਤਰੀਕਾ, ਮੋਬਾਇਲ ਸਾਡੇ ਚੱਲਦੇ ਨੇ, ਮੋਬਾਇਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਮਾਨੋ ਮੋਬਾਇਲ ਵੀ ਡੈੱਡ, ਬੈਟਰੀ ਡੈੱਡ ਹੋ ਜਾਵੇ ਤੇ ਆਪਾਂ ਫਿਰ ਕਿਵੇਂ ਬਾਣੀ ਪੜ੍ਹਾਂਗੇ? ਜੇ ਸਾਨੂੰ ਯਾਦ ਹੋਵੇਗੀ ਤੇ ਫਿਰ ਗੁਰੂ ਸਵਾਰੇ ਅਸੀਂ ਬਾਣੀ ਸਫ਼ਰ ਕਰਦੇ ਹੋਏ ਵੀ ਪੜ੍ਹ ਸਕਦੇ ਹਾਂ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਜੇ ਪ੍ਰੇਮ ਦਾ ਰਸ ਪੀਣਾ ਏ, ਕਹਿੰਦੇ ਭਾਈ ਤੂੰ ਸ਼ਬਦ ਦੀ ਵਿਚਾਰ ਕਰ, ਸ਼ਬਦ ਨਾਲ ਜੁੜਨਾ ਕਰ, ਸ਼ਬਦ ਨਾਲ ਜੁੜ ਕੇ ਤੇਰਾ ਪਾਰ ਉਤਾਰਾ ਹੋਣਾ ਏ। ਇੱਥੇ ਬਚਨ ਕਰਦੇ ਹਨ, ਕਹਿੰਦੇ ਜਿਹੜੇ ਗੁਰਮੁਖ ਬੂਝੈ, ਗੁਰਮੁਖ ਇਸ ਗੱਲ ਨੂੰ ਬੂਝੈ ਜਾਣ ਲੈਂਦੇ ਹਨ, ਉਹ ਸ਼ਬਦ ਭਤੀਜੈ, ਸ਼ਬਦ ਰਾਹੀਂ ਆਪਣੇ ਮਨ ਨੂੰ ਭਤੀਜ ਲੈਂਦੇ ਨੇ। ਭਾਵ ਸ਼ਬਦ ਨਾਲ ਜੁੜ ਕੇ ਸ਼ਬਦ 'ਚ ਆਪਣੇ ਮਨ ਨੂੰ ਖਬੋ ਲੈਂਦੇ ਹਨ। ਇਸ ਤਰ੍ਹਾਂ ਫਿਰ ਗੁਰੂ ਸਵਾਰੇ ਉਸ ਮਾਲਕ ਪ੍ਰਭੂ ਦੀ ਉਸਤਤ ਕਰਦੇ ਹਨ। ਕਹਿੰਦੇ ਜਿਹੜੇ ਸ਼ਬਦ ਜਿਹਨਾਂ ਆਪਣਾ ਮਨ ਨੂੰ ਖਬੋ ਲਿਆ, ਉਹ ਨਾ ਕਹਿੰਦੇ ਉਸਤਤ ਨਿੰਦਾ ਕਿਸ ਕੀ ਕੀਜੈ, ਉਹ ਨਾ ਕਿਸੇ ਦੀ ਉਸਤਤ ਕਰਦੇ ਹਨ ਤੇ ਨਾ ਹੀ ਕਿਸੇ ਨਿੰਦਿਆ ਕਰਦੇ ਹਨ। ਸੰਸਾਰ ਦਾ ਇਹ ਦਸਤੂਰ ਹੈ। ਜੇ ਕਿਸੇ ਮਨੁੱਖ ਦੀ ਇਹ ਆਦਤ ਹੈ, ਜੇ ਨਿੰਦਿਆ ਵਾਲੇ ਪਾਸੇ ਹੋ ਜਾਵੇ ਤੇ ਮਨੁੱਖ ਨਿੰਦਿਆ ਹੀ ਕਰਦਾ ਰਹਿੰਦਾ ਹੈ। ਜੇ ਕਿਸੇ ਦੀ ਉਸਤਤ ਕਰਨ ਲੱਗੇ ਤੇ ਗੁਰੂ ਸਵਾਰੇ ਫਿਰ ਮਨੁੱਖ ਬਾਰ-ਬਾਰ ਉਸਤਤ ਕਰਦਾ ਰਹਿੰਦਾ ਹੈ। ਪਰ ਜਿਹੜੇ ਦਾਨੇ ਸਿਆਣੇ ਪੁਰਸ਼ ਨੇ ਨਾ, ਉਹਨਾਂ ਨੂੰ ਪਤਾ ਹੈ ਕਿ ਕਿਸੇ ਦੀ ਨਿੰਦਿਆ ਕਰਨ ਦੇ ਨਾਲ ਉਸ ਨਿੰਦਕ ਦੇ ਜਿਹਦੀ ਨਿੰਦਿਆ ਕਰ ਰਹੇ ਆ ਉਹਦੇ ਪਾਪ ਮੇਰੇ ਉੱਤੇ ਆ ਜਾਣੇ ਨੇ। ਜੇ ਉਸਤਤ ਕਰਾਂਗੇ ਬੇਲੋੜੀ ਉਸਤਤ, ਤੇ ਉਸਤਤ ਕਰਨ ਵੇਲੇ ਵੀ ਗੁਰੂ ਸੇ ਝੂਠ ਬੋਲਿਆ ਜਾਂਦਾ ਹੈ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਭੋਗ ਪੈਂਦੇ ਨੇ, ਕੋਈ ਜੀਵ ਚੜ੍ਹਾਈ ਕਰੇ, ਭੋਗ ਦੇ ਸਮੇਂ ਸ਼ਰਧਾਂਜਲੀ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਇਹ ਮਨਮੱਤ ਨੇ, ਗੁਰਮਤ ਦੇ ਅਨੁਸਾਰ ਨਹੀਂ ਹਨ। ਗੁਰਮਤ ਅਨੁਸਾਰ ਤਾਂ ਜਦੋਂ ਅਰਦਾਸ ਹੋ ਗਈ, ਹੁਕਮਨਾਮਾ ਸਾਹਿਬ ਹੋ ਗਿਆ, ਜੇ ਸਮਾਂ ਹੈ ਤਾਂ ਹੁਕਮਨਾਮਾ ਸਾਹਿਬ ਦੀ ਵਿਚਾਰ ਕੀਤੀ ਜਾਵੇ। ਉਸ ਤੋਂ ਅਰਦਾਸ ਤੋਂ ਪਹਿਲਾਂ ਆਪਾਂ ਜੋ ਮਰਜ਼ੀ ਕਰੀਏ। ਤੇ ਜ਼ਿਆਦਾਤਰ ਜਦੋਂ ਲੀਡਰ ਲੋਕ ਆਉਂਦੇ ਨੇ ਤੇ ਫਿਰ ਗੁਰੂ ਸਵਾਰਿਓ, ਚਾਹੇ ਉਹ ਸ਼ਰਾਬ ਪੀ ਕੇ ਮਰਿਆ ਹੋਵੇ, ਚਾਹੇ ਗਲਤ ਕੰਮ ਕਰਕੇ ਮਰਿਆ ਹੋਵੇ, ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਦੋਂ ਉਸਤਤ ਕਰਦੇ ਨੇ ਕਿ ਫਲਾਣਾ ਇਨਸਾਨ ਬੜਾ ਚੰਗਾ ਸੀ ਜੀ, ਇਹਨੇ ਆਹ ਕੰਮ ਕੀਤੇ ਨੇ। ਸਾਰਾ ਪਿਛੋਕੜ ਦਾ ਗਿਣਾਇਆ ਜਾਂਦਾ ਹੈ। ਜਿਹੜੇ ਚੰਗੇ ਗੁਣ ਨੇ ਉਹ ਗਿਣਾ ਦਿੱਤੇ ਜਾਂਦੇ ਨੇ, ਜਿਹੜੇ ਮਾੜੇ ਗੁਣ ਨੇ ਮਾੜੇ ਗੁਣਾਂ ਉੱਤੇ ਪਰਦਾ ਪਾ ਦਿੱਤਾ ਜਾਂਦਾ। ਝੂਠ ਬੋਲ ਕੇ ਗੁਰੂ ਸਰ ਇਸ ਤਰ੍ਹਾਂ ਉਸਤਤ, ਕਿਸੇ ਰਾਜੇ ਮਹਾਰਾਜੇ ਦੀ ਸਿਫਤ ਕਰਨੀ। ਰਾਜਾ ਚਾਹੇ ਭ੍ਰਿਸ਼ਟ ਰਾਜਾ ਹੋਵੇ, ਪ੍ਰਜਾ ਨੂੰ ਦੁੱਖ ਦਿੰਦਾ ਹੋਵੇ, ਤੇ ਕੋਈ ਸਿਫਤ ਕਰਨ ਵਾਲਾ ਉਹਦੇ ਸਾਹਮਣੇ ਸਿਫਤ ਕਰਨ ਦਾ ਰਾਜੇ ਦੀ ਉਸਤਤ ਕਰੇ, ਤੇ ਉਹ ਗੁਰੂ ਸਰ ਇੱਕ ਤਰ੍ਹਾਂ ਝੂਠ ਬੋਲਣਾ ਹੈ। ਇਹ ਉਸਤਤ, ਇਹੋ ਜਿਹੀ ਉਸਤਤ ਸਤਿਗੁਰੂ ਨੂੰ ਭਾਉਂਦੀ ਨਹੀਂ ਹੈ। ਨਿੰਦਿਆ ਕਰਨ ਦੇ ਲਈ, ਨਿੰਦਿਆ ਕੀ ਹੈ? ਇਹ ਨਹੀਂ ਕਿ ਮੇਰੇ ਵਿੱਚ ਔਗਣ ਹਨ, ਤੁਸੀਂ ਉਸ ਔਗਣ ਨੂੰ ਜ਼ਾਹਰ ਕਰੇ, ਪ੍ਰਗਟ ਕਰੇ, ਉਹ ਨਿੰਦਿਆ ਨਹੀਂ ਹੈ। ਜਿਹਦੇ ਵਿੱਚ ਕੋਈ ਗਲਤੀ ਨਾ ਹੋਵੇ, ਉਹਨੂੰ ਜਾਣ ਬੁੱਝ ਕੇ ਉਹਦੀ ਨਿੰਦਿਆ ਕਰਨੀ, ਉਹਨੂੰ ਜਲੀਲ ਕਰਨਾ, ਉਹ ਨਿੰਦਿਆ ਗੁਰੂ ਸਵਾਰਿਓ। ਮਾਨੋ ਇੱਕ ਮਨੁੱਖ ਚੰਗਾ ਇਨਸਾਨ ਹੈ,
ਕਿਸੇ ਦਾ ਕੋਈ ਮਾੜਾ ਨਹੀਂ ਸੋਚਦਾ, ਉਹਨੂੰ ਦੇਖ ਕੇ ਈਰਖਾ ਵਸ ਹੋ ਕੇ ਉਹਦੀ ਨਿੰਦਿਆ ਕਰਨੀ, ਉਹਦੇ ਐਵੇਂ ਹੀ ਦੋਸ਼ ਆਰੋਪਣੇ, ਇਹ ਗੁਰੂ ਸਵਰੇ ਇੱਕ ਤਰ੍ਹਾਂ ਦੀ ਨਿੰਦਿਆ ਹੈ ਜੋ ਸਤਿਗੁਰੂ ਨੂੰ ਭਾਉਂਦੀ ਨਹੀਂ ਹੈ। ਪਰ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਨਾ, ਉਹ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੇ ਹਨ, ਨਾ ਉਹ ਕਿਸੇ ਦੀ ਬੇਲੋੜੀ ਨਿੰਦਿਆ ਕਰਦੇ, ਨਾ ਉਸਤਤ ਕਰਦੇ ਹਨ, ਉਹਨਾਂ ਦੀ ਇੱਕ ਸੰਬਿਰਤੀ ਹੁੰਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨਾਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਬਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ। ਜਿਹਦੀ ਇਹੋ ਜਿਹੀ ਅਵਸਥਾ ਹੁੰਦੀ ਨਾ, ਉਹਦੇ ਘਟ ਬ੍ਰਹਮ ਵੀ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਜਾਂਦਾ ਹੈ। ਪਰ ਪਾਤਸ਼ਾਹ ਅਗਲੀ ਪੰਕਤੀ ਗੱਲ ਹੀ ਮੁਕਾਉਂਦੇ ਨੇ, ਕਹਿੰਦੇ ਨੇ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਗੱਲ ਕੀ ਹੈ? ਗੁਰੂ ਦੀ ਕਿਰਪਾ। ਜਦੋਂ ਗੁਰੂ ਦੀ ਕਿਰਪਾ ਨਹੀਂ ਹੁੰਦੀ, ਗੁਰੂ ਦੀ ਰਹਿਮਤ ਨਹੀਂ ਹੁੰਦੀ, ਉਦੋਂ ਦਾ ਗੁਰੂ ਸਰੇ ਗੱਲ ਨਹੀਂ ਬਣਨੀ ਹੈ। ਗੁਰੂ ਦੀ ਕਿਰਪਾ, ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਉਸ ਜੁਗਤੀ ਨੂੰ ਫਿਰ ਉਹ ਪਹਿਚਾਣਦਾ ਹੈ। ਫਿਰ ਉਹ ਜੇ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ ਹੈ, ਇਸੇ ਤਰ੍ਹਾਂ ਉਹ ਗੁਰੂ ਦਾ ਪਿਆਰਾ ਸਤਿਗੁਰ ਦੀ ਬਾਣੀ ਵਿੱਚ ਲੀਨ ਹੋ ਜਾਂਦਾ ਹੈ। ਫਿਰ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਜਾਨ, ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਤੇ ਪਾਤਸ਼ਾਹ ਕਹਿੰਦੇ, ਜਿਹੜੇ ਸ਼ਬਦ ਤੇ ਸੁਰਤੀ ਜਦੋਂ ਸਮੇਲ ਹੋ ਜਾਂਦਾ ਹੈ, ਫਿਰ ਉਹ ਜੀਵ ਆਪਣੇ ਨਾ ਉਸਤਤ ਨਿੰਦਾ ਕਿਸ ਕੀ ਕੀਜੈ, ਨਾ ਉਹ ਕਿਸੇ ਦੀ ਉਸਤਤ ਕਰਦਾ ਹੈ, ਨਾ ਨਿੰਦਿਆ ਕਰਦਾ ਹੈ, ਉਹ ਇੱਕ ਸੰਬਿਰਤੀ ਰੱਖਦਾ ਹੈ। ਪਰਮੇਸ਼ਰ ਦੀ ਹੀ ਉਸਤਤ ਵਡਿਆਈ ਹਰ ਸਮੇਂ ਉਹ ਕਰਦਾ ਹੈ। ਚੀਨੋ ਆਪ ਜਪੋ ਜਗਦੀਸ਼ਰ, ਹਰ ਜਗਨਨਾਥ ਮਨ ਭਾਇਆ। ਕਿ ਚੀਨੋ ਆਪ, ਆਪਣੇ ਆਪ ਨੂੰ ਚੀਨੋ, ਪਹਿਚਾਨਣਾ ਕਰੋ ਕਿ ਮੈਂ ਕੀ ਹਾਂ, ਕਿੱਥੋਂ ਆਇਆ, ਕਾਹਦੇ ਲਈ ਆਇਆ ਹਾਂ, ਤੇ ਮੈਂ ਕਰ ਕੀ ਰਿਹਾ ਹਾਂ। ਆਪਣੇ ਆਪੇ ਦੀ ਪਹਿਚਾਣ ਕਰ, ਆਪਣੇ ਅੰਦਰ ਦੀ ਖੋਜ ਕਰ, ਤੇ ਜਪੋ ਜਗਦੀਸ਼ਰ, ਜਿਹੜਾ ਜਗ ਦਾ ਈਸ਼ਰ ਮਾਲਕ ਪ੍ਰਭੂ ਹੈ, ਉਸ ਪ੍ਰਭੂ ਨੂੰ ਭਾਈ ਜਪਣਾ ਕਰ। ਹਰ ਜਗਨਨਾਥ ਮਨ ਭਾਇਆ। ਜਦੋਂ ਇਸ ਤਰੀਕੇ ਦੇ ਨਾਲ ਤੂੰ ਨਾਮ ਬਾਣੀ ਦਾ ਅਭਿਆਸ ਕਰੇਗਾ, ਸਿਮਰਨ ਕਰੇਗਾ, ਜਿਹੜਾ ਜਗਨਨਾਥ ਜਗਤ ਦਾ ਮਾਲਕ ਪ੍ਰਭੂ ਪਰਮੇਸ਼ਰ, ਫਿਰ ਉਹ ਜੀਵ ਉਸ ਮਾਲਕ ਨੂੰ, ਜਗਨਨਾਥ ਪਰਮੇਸ਼ਰ ਨੂੰ ਭਾਇਆ, ਚੰਗਾ ਲੱਗੇਗਾ ਉਹਦੇ ਮਨ ਨੂੰ, ਜਿਹੜਾ ਉਸ ਮਾਲਕ ਦਾ ਇਸ ਪ੍ਰਕਾਰ ਅਭਿਆਸ ਕਰਦਾ ਹੈ। ਸੋ ਗੁਰੂ ਸਵਾਰੇ ਦੇਖੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਪਰਸੋਂ ਨੂੰ ਆ ਰਿਹਾ ਹੈ। ਗੁਰੂ ਨਾਨਕ ਲੇਵਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਸਤਿਗੁਰੂ ਜੀ ਦੇ ਜਸ ਨੂੰ ਕਰ ਰਹੇ ਹਨ। ਕੋਈ ਨਗਰ ਕੀਰਤਨ ਕੱਢ ਰਿਹਾ ਹੈ, ਕੋਈ ਅਖੰਡ ਪਾਠ ਸਾਹਿਬ ਕਰਾ ਕੇ ਸਮਾਗਮ ਕਰਾ ਰਿਹਾ ਹੈ। ਕਈਆਂ ਉੱਤੇ ਗੁਰੂ ਦੀ ਬੜੀ ਬਖਸ਼ਿਸ਼ ਹੈ, 15-15 20-20 ਦਿਨ ਲਗਾਤਾਰ ਉਹ ਸਮਾਗਮ ਕਰਾਉਂਦੇ ਨੇ। ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ, ਦੀਵਾਨ ਸਜਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੇ ਇਹ ਨਹੀਂ ਕਿ ਸਿੱਖਾਂ ਦੇ ਗੁਰੂ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਸਾਰਿਆਂ ਦੇ ਸਾਂਝੇ ਨੇ। ਘਰ ਘਰ ਅੰਦਰ ਗਾਵੀਐ ਬੱਜਨ ਤਾਲ ਮ੍ਰਿਦੰਗ ਰਬਾਬਾ। ਸਾਰੇ ਘਰ ਘਰ ਦੇ ਜਿੱਥੇ ਜਿੱਥੇ ਸਤਿਗੁਰੂ ਗਏ ਨਾ, ਕਿਸੇ ਨੇ ਵੀ ਜਦੋਂ ਗੁਰੂ ਨਾਨਕ ਦੀ ਸਿਫਤ ਸੁਣੀ, ਗੁਰੂ ਨਾਨਕ ਪਾਸੋਂ ਸ਼ਬਦ ਸੁਣਿਆ, ਤੇ ਉਹ ਗੁਰੂ ਨਾਨਕ ਦਾ ਹੀ ਬਣ ਕੇ ਰਹਿ ਗਏ ਆ। ਦੇਖੋ, ਬਚਪਨ ਦੀ ਆਪਾਂ ਗੱਲ ਕਰੀਏ, ਆਪਾਂ ਇਹ ਜਾਣਦੇ ਕਿ ਸਭ ਤੋਂ ਪਹਿਲੇ ਸਿੱਖ
ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭੈਣ ਨਾਨਕੀ ਜੀ ਹੋਏ ਨੇ। ਜੇ ਸਿੱਖਾਂ ਦੀ ਆਪਾਂ ਗਿਣਤੀ ਕਰੀਏ ਨਾ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਇੱਕ ਇਸਤਰੀ ਜੋ ਭੈਣ ਨਾਨਕੀ ਜੀ ਹਨ। ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਿਰੰਕਾਰ ਕਰਕੇ ਜਾਣਨਾ ਕੀਤਾ। ਉਮਰ ਵਿੱਚ 5 ਸਾਲ ਵੱਡੇ ਨੇ, ਪਰ ਫਿਰ ਵੀ ਆਪਣੇ ਵੀਰ ਨੂੰ ਨਿਰੰਕਾਰ ਜਾਣਦੇ ਨੇ। ਉਹ ਕੌਤਕ ਗੁੱਝੇ ਕੌਤਕ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇਖੇ ਸਨ। ਹੁਣ ਆਪਾਂ ਇੱਕ ਅੰਦਾਜ਼ਾ ਲਾ ਕੇ ਦੇਖੀਏ, ਜਿਸ ਬੇਬੇ ਨਾਨਕੀ ਜੀ ਨੇ ਆਪਣੇ ਛੋਟੇ ਵੀਰ ਨੂੰ ਨਿਰੰਕਾਰ ਜਾਣਨਾ ਕੀਤਾ, ਉਸ ਬੇਬੇ ਨਾਨਕੀ ਦੀ ਭਜਨ ਬੰਦਗੀ ਕਿੰਨੀ ਹੋਵੇਗੀ। ਕਿਉਂਕਿ ਸਤਿਗੁਰ ਦੀ ਨਿਰੰਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਨ, ਤੇ ਨਿਰੰਕਾਰ ਨੂੰ ਗੁਰੂ ਸਵਾਰੇ ਨਿਰੰਕਾਰ ਜਾਣਨਾ ਪਹਿਚਾਨਣਾ ਉਹ ਅੱਖ ਸਾਡੇ ਕੋਲ ਨਹੀਂ, ਜਿਹੜੀ ਅੱਖ ਬੇਬੇ ਨਾਨਕੀ ਕੋਲ ਸੀ। ਤੇ ਇਹਦਾ ਮਤਲਬ ਹੈ ਕਿ ਬੇਬੇ ਨਾਨਕੀ ਦੀ ਬਹੁਤ ਵੱਡੀ ਤਪੱਸਿਆ ਹੋਵੇਗੀ, ਜਿਸ ਕਰਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨਿਰੰਕਾਰ ਜਾਣਨਾ ਕੀਤਾ। ਇਤਿਹਾਸ ਵਿੱਚ ਆਪ ਜੀ ਨੇ ਕਈ ਵਾਰੀ ਸਰਵਣ ਕੀਤਾ ਹੈ ਕਿ ਜਦੋਂ ਕਿਸੇ ਕਾਰਨ ਕਰਕੇ ਬਾਬਾ ਕਲਿਆਣ ਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਾੜਨਾ ਕਰਦੇ, ਪਿਤਾ ਪੁਰਖੀ ਸੋਚ ਨੂੰ ਮੁੱਖ ਰੱਖਦੇ ਆ, ਤੇ ਭੈਣ ਨਾਨਕੀ ਵਿਚਕਾਰ ਆ ਜਾਂਦੀ ਸੀ ਕਿ ਨਹੀਂ, ਮੇਰੇ ਵੀਰ ਨੂੰ ਨਾ ਮਾਰਨਾ ਕਰੋ, ਮੇਰਾ ਵੀਰ ਨਿਰੰਕਾਰ ਹੈ। ਤੇ ਜੇਕਰ ਗੁਰੂ ਸਵਾਰਿਓ ਬੇਈ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਵੇਸ਼ ਹੁੰਦੇ ਨੇ, ਜਿੱਥੇ ਸੁਲਤਾਨਪੁਰ ਦੀ ਧਰਤੀ ਤੇ ਸਾਰੇ ਆਖਣ ਲੱਗ ਪਏ ਕਿ ਨਾਨਕ ਨਦੀ ਵਿੱਚ ਡੁੱਬ ਗਿਆ ਹੈ, ਨਾਨਕ ਨੇ ਨਦੀ ਛਾਲ ਮਾਰ ਦਿੱਤੀ ਹੈ, ਨਾਨਕ ਨੂੰ ਨਦੀ ਵਿੱਚ ਕਿਸੇ ਬਲਾ ਨੇ ਖਾਣਾ ਕੀਤਾ ਹੈ, ਤੇ ਬੇਬੇ ਨਾਨਕੀ ਤੱਕ ਖਬਰ ਪਹੁੰਚਦੀ ਹੈ। ਤੇ ਭੈਣ ਨਾਨਕੀ ਪਤਾ ਕੀ ਆਖਦੀ ਹੈ? ਭੈਣ ਨਾਨਕੀ ਆਖਦੀ ਹੈ ਕਿ ਨਹੀਂ, ਤੁਹਾਨੂੰ ਬੜਾ ਬਹੁਤ ਵੱਡਾ ਭੁਲੇਖਾ, ਮੇਰਾ ਵੀ ਡੁੱਬਣ ਵਾਲਾ ਨਹੀਂ ਹੈ, ਉਹ ਡੁੱਬਦਿਆਂ ਨੂੰ ਤਾਰਨ ਵਾਲਾ ਹੈ। ਜਿਹੜਾ ਡੁੱਬਦਿਆਂ ਨੂੰ ਤਾਰਨ ਵਾਲਾ ਹੋਵੇ ਉਹ ਕਿਵੇਂ ਡੁੱਬ ਸਕਦਾ ਹੈ? ਮੇਰੇ ਵੀਰ ਨੇ ਸਾਰਾ ਸੰਸਾਰ ਤਾਰਨਾ ਹੈ। ਤੇ ਗੁਰੂ ਐਨਾ ਅਟੱਲ ਵਿਸ਼ਵਾਸ ਸੀ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਗਟ ਹੁੰਦੇ ਨੇ ਤੀਜੇ ਦਿਨ। ਸੋ ਸਤਿਗੁਰੂ ਬੇਬੇ ਨਾਨਕ ਜੀ ਪਹਿਲੇ ਸਿੱਖ ਹੋਏ ਨੇ। ਜਿੱਥੇ ਪਹਿਲੇ ਸਿੱਖ ਬੇਬੇ ਨਾਨਕੀ ਜੀ ਹੋਏ ਨੇ, ਉੱਥੇ ਦੂਸਰੇ ਸਿੱਖ ਆਪਾਂ ਕਹਿ ਦਈਏ ਰਾਏ ਬੁਲਾਰ ਜੀ, ਜਿਨ੍ਹਾਂ ਨੇ ਗੁਰੂ ਨਾਨਕ ਦੀਆਂ ਝਲਕਾਂ ਬਚਪਨ ਦੇ ਕੌਤਕ ਆਪਣੇ ਨੇਤਰਾਂ ਨਾਲ ਦੇਖੇ ਨੇ। ਸੁਣਿਆ ਸੀ ਲੋਕਾਂ ਪਾਸੋਂ ਕਿ ਕਲਿਆਣ ਦਾਸ ਪਟਵਾਰੀ ਦੇ ਗ੍ਰਹਿ ਵਿਖੇ ਪੁੱਤਰ ਪੈਦਾ ਹੋਇਆ, ਜਿਹਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਹੈ। ਤੇ ਕੀ ਦੇਖਦਾ ਰਾਏ ਬੁਲਾਰ, ਕਹਿੰਦੇ ਇੱਕ ਦਿਨ ਆਪਣੇ ਰੱਥ ਉੱਤੇ ਸਵਾਰ ਹੋ ਕੇ ਆ ਰਿਹਾ, ਕੀ ਦੇਖਦਾ ਕਿ ਇੱਕ ਦਰਖਤ ਥੱਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵਿਸ਼ਰਾਮ ਕਰ ਰਹੇ ਨੇ। ਮੱਝਾਂ ਚਰਨ ਛਟੀਆਂ ਹੋਈਆਂ ਨੇ, ਸਤਿਗੁਰੂ ਵਿਸ਼ਰਾਮ ਕਰ ਰਹੇ ਨੇ। ਦਰਖਤ ਨੇ ਗੁਰੂ ਸਵਾਰੇ ਛਾਂ ਕੀਤੀ, ਦੇਖਦਾ ਕਿ ਬਾਕੀ ਦਰਖਤਾਂ ਦੀ ਛਾਂ ਢਲ ਗਈ ਹੈ, ਤੇ ਜਿਸ ਦਰਖਤ ਥੱਲੇ ਗੁਰੂ ਨਾਨਕ ਸਾਹਿਬ ਮਹਾਰਾਜ ਵਿਸ਼ਰਾਮ ਕਰ, ਉਹ ਛਾਂ ਇਸ ਤਰ੍ਹਾਂ ਖਲੋਤੀ ਹੈ। ਕੌਤਕ ਵੇਖ ਕੇ ਹੈਰਾਨ ਹੋ ਗਿਆ। ਸੁਣਿਆ ਸੀ ਲੋਕਾਂ ਪਾਸੋਂ ਕਿ ਗੁਰੂ ਨਾਨਕ ਦੇ ਵਿੱਚ ਇਹ ਗੁਣ ਨੇ, ਬਾਲ ਨਾਨਕ ਦੇ ਵਿੱਚ, ਤੇ ਅੱਜ ਆਪਣੇ ਨੇਤਰਾਂ ਨਾਲ ਪਹਿਲਾ ਕੌਤਕ ਵੇਖਿਆ। ਫਿਰ ਇੱਕ ਕੌਤਕ ਹੋਰ ਵੇਖਿਆ, ਕਹਿੰਦੇ ਇੱਕ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਹੀ ਮੱਝਾਂ ਚਾਰੇ ਇੱਕ ਦਰਖਤ ਥੱਲੇ ਸਤਿਗੁਰੂ ਵਿਸ਼ਰਾਮ ਕਰ ਰਹੇ ਹਨ। ਇੱਕ ਫਨੀਅਰ ਸੱਪ ਆਇਆ, ਜਿਹਨੇ ਆਪਣਾ ਫਣ ਖਿਲਾਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਉੱਤੇ ਛਾਂ ਕੀਤੀ ਹੈ। ਕਿਉਂਕਿ ਸਾਡੇ ਇਤਿਹਾਸਕ ਹਵਾਲੇ ਨੇ ਸਾਨੂੰ ਜਨਮ ਸਾਖੀ ਵਿੱਚੋਂ ਸਾਖੀ ਕਰਨ ਇਹ ਗੁਰੂ ਨਾਨਕ ਪਾਤਸ਼ਾਹ ਜੀਵਨ ਲਿਖਣਾ ਕੀਤਾ ਹੈ। ਤੇ ਉਦੋਂ ਵੀ ਰਾਏ ਬੁਲਾਰ ਜੀ ਨੇ ਆਪਣੇ ਨੇਤਰਾਂ ਨਾਲ ਦੇਖਿਆ ਕਿ ਕਲਿਆਣ ਦਾਸ ਪਟਵਾਰੀ ਦਾ ਪੁੱਤਰ ਬਾਲ ਨਾਨਕ ਜਿਹੜਾ ਸੁੱਤਾ ਪਿਆ, ਉਤੋਂ ਸੱਪ ਛਾਂ ਕਰ ਰਿਹਾ। ਪਹਿਲਾਂ ਤਾਂ ਮਨ 'ਚ ਡਰ ਪੈਦਾ ਹੋਇਆ ਕਿ ਕਿਤੇ ਇਹ ਸੱਪ ਡੰਗ ਨਾ ਮਾਰ ਦੇਵੇ।
पर जो कोल आके देखना कीता तो गुरु सप ने छां की हुई है। जो राए बुलार जी के पैरों की आवाज़ सुनी तो उदों गुरु सप उतों चलिया गया। इहो जिहियां बहुत सारियां खेडां राए बुलार जी ने गुरु नानक पातशाह देखना कीतियां ने। जेकर पिता जी ने मझां चारण लई गुरु नानक पातशाह नूं आखिया, मझां लैके गए ने, किसी जिमीदार के खेत विच मझां बड़ियां ने, फसल उजाड़ दिती गई। कहंदे ने राए बुलार कोल जाके वो फरियादी होया कि देखो राए जी, तुहाडे राज दे विच तुहाडा जो पटवारी है कल्याण दास पटवारी, उहदा पुत्र नानक साडियां फसलां उजाड़ रहा है। उदों राए बुलार जी ने गुरु नानक साहब महाराज नूं अपने कोल सद्दिया। सतगुरु गुरु नानक साहब महाराज राए बुलार दी कचहरी विच पहुंचे ने ते गुरु नानक पातशाह नूं सवाल कीता। कहण लगे, बाल नानक, तेरे उत्ते ये दोष लग्या है कि तैं इस किरसान की फसल उजाड़ दी है, तो पशु सारे जिन्ने भी तेरे सन इस इहदे खेत में जाके चरण लग पे ने। ते अगों बाल नानक कहंदा कि नहीं राय जी, ते जाके वेखना करो, फसल तो हरी भरी है। कौन कहंदा फसल उजाड़ी है? जदों गुरु सरे वो उजड़िया होया खेत जिमीदार नाल जाके देखना कीता ते फसल बिल्कुल हरी भरी सी। इहो जे कौतक, बहुत सारे कौतक राए बुलार जी ने अपने नेत्रां नाल देखना कीते सी, जिस करके राए बुलार गुरु नानक दा सिख बन गया सी मन करके। इतिहासिक घटना आउंदी है, कहंदे ने राए बुलार दे घर विच संतान नहीं सी। एक दिन राए बुलार बड़ा उदास होके बैठा होया, उधरों सतगुरु गुरु नानक साहब महाराज विचरदे होए गए। कहण लगे, राय जी की गल है, तुसीं इन्ने उदास क्यों हो? ते राय बुलार जी ने लम्मा होका लैके साह लैके कहण लगे, की दसां नानक, खुदा दा दिता होया सब कुछ है, राज भाग ने, नौकर चाकर ने, जमीन जायदाद की कमी नहीं है, पर इस राज भाग नूं सांभण वाला कोई वारस नहीं है। बस दुख यही है, बड़े बड़े पीरां दी आराधना कीती, बड़े बड़े पीरां दे दर ते जाके दीवे जगाना कीते, पर किसी ने भी साडी फरियाद नहीं सुनी है। बस दुख यही है कि राज भाग बच कौन सांभेगा। धन गुरु नानक दे महाराज ने बचन कीते, कहण लगे, राय जी उस खुदा उत्ते भरोसा रखो, जे खुदा नूं चाहया ते तुहाडे घर पुत्र पैदा हो जाएगा। हुण बचन तां गुरु नानक ने कीता। गुरु नानक खुदा आप निरंकार है, आप नारायण कला धार, जग में परबरियो, निरंकार आकार, जोत जग मंडल करियो। सतगुरु जी आप निरंकार ने बचन कीता, खुदा खुद कह रहा, जे खुदा नूं भाया ते तुहाडे घर पुत्र हो जाएगा। समा लंघदा गया, कहंदे ने 1 साल का समा लंघिया। 1 साल बाद राए बुलार दे घर दे विच पुत्र ने जन्म लिया। जो पुत्र का जन्म होया ते राए बुलार ने बड़ी खुशी मनाना कीती। फिर बाल नानक दे बचनां नूं याद कीता कि ये बचन बाल नानक ने कीते सी ते नानक दे बचन सत होए ने। शरधा होर ज़्यादा बन गई। हुण जदों गुरु सर बच्चे की खुशी दे विच घर दे समागम करवाया है, रिश्तेदार आए ने, साक संबंधी सारे चल के आए, इकट्ठ होया है, ते उदों बच्चे का नामकरण करना है। ते राए बुलार जी ने उस समय अपनी वसीयतनामा तैयार किया। इतिहासकार लिखते हैं वसीयतनामा तैयार किया है, ते सारे रिश्तेदार आ गए ने,
ਤੇ ਉਸ ਸਮੇਂ ਸਾਰੇ ਰਾਏ ਬੁਲਾਰ ਜੀ ਨੂੰ ਕਹਿਣ ਲੱਗੇ, ਦੇਰੀ ਕਾਹਦੀ ਕਰ ਰਹੇ ਹੋ? ਸਾਰੇ ਤੁਹਾਡੇ ਸਾਕ ਸੰਬੰਧੀ ਆ ਗਏ ਨੇ, ਬੱਚੇ ਦਾ ਨਾਮਕਰਨ ਕਰੋ, ਜੋ ਸਾਡੇ ਮਤ ਅਨੁਸਾਰ, ਸਾਡੇ ਧਰਮ ਅਨੁਸਾਰ ਜੋ ਕਰਮ ਨੇ ਉਹ ਕਰਮ ਕਰਕੇ ਆਪਾਂ ਆਪਣੇ ਘਰ ਜਾਈਏ ਵਾਪਸ। ਤੇ ਰਾਏ ਬੁਲਾਰ ਜੀ ਕਹਿ ਰਹੇ ਨੇ ਕਿ ਹਾਲੇ ਇੱਕ ਦੀ ਮੈਨੂੰ ਉਡੀਕ ਹੈ, ਜਦੋਂ ਉਹ ਆਵੇਗਾ ਮੇਰਾ ਕਾਰਜ ਉਦੋਂ ਸੰਪੰਨ ਹੋਣਾ ਹੈ। ਕਹਿੰਦੇ ਨੇ ਐਨੇ ਚਿਰ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਰਾਏ ਬੁਲਾਰ ਦੇ ਗ੍ਰਹਿ ਵਿਖੇ ਪਹੁੰਚੇ। ਜਦੋਂ ਰਾਏ ਬੁਲਾਰ ਨੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਨੂੰ ਆਉਂਦਿਆਂ ਨੂੰ ਦੇਖਿਆ ਤੇ ਗਦ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਕੋਲ ਗਏ, ਸਤਿਗੁਰੂ ਨੂੰ ਗੱਲ ਬੱਕੜੀ ਵਿੱਚ ਲੈ ਲਿਆ। ਫਿਰ ਜੋ ਇਹਨਾਂ ਦੇ ਮਤ ਅਨੁਸਾਰ ਜੋ ਰਸਮ ਸੀ ਉਹ ਰਸਮ ਕੀਤੀ ਗਈ ਤੇ ਬਾਅਦ ਵਿੱਚ ਰਾਏ ਬੁਲਾਰ ਨੇ ਸਾਰੀ ਜਿੰਨੀ ਵੀ ਲੁਕਾਈ ਉੱਥੇ ਖਲੋਤੀ ਸੀ ਸਾਰਿਆਂ ਨੂੰ ਸੰਬੋਧਨ ਕਰਕੇ ਬਚਨ ਕੀਤੇ। ਕਹਿਣ ਲੱਗੇ ਮੇਰੇ 2 ਪੁੱਤਰ ਨੇ। ਇਹ ਰਾਏ ਬੁਲਾਰ ਦੇ ਬੋਲ ਸੀ ਕਿ ਮੇਰੇ 2 ਪੁੱਤਰ ਨੇ। ਸਾਰੇ ਦੇਖ ਕੇ ਹੈਰਾਨ ਹੋ ਗਏ, ਪੁੱਤਰ ਇੱਕ ਪੈਦਾ ਹੋਇਆ ਉਹ ਵੀ ਹੁਣ ਜਨਮ ਲਿਆ ਏ, ਇਹ ਕਹਿ ਰਿਹਾ ਮੇਰੇ 2 ਪੁੱਤਰ ਨੇ। ਕਹਿਣ ਲੱਗੇ ਛੋਟਾ ਪੁੱਤਰ ਜਿਹਦਾ ਜਿਹੜਾ ਬੱਚਾ ਘਰ ਵਿੱਚ ਜਨਮ ਲਿਆ ਇਹ ਮੇਰਾ ਛੋਟਾ ਪੁੱਤਰ ਹੈ, ਤੇ ਵੱਡਾ ਪੁੱਤਰ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਬਾਲ ਨਾਨਕ ਮੇਰਾ ਵੱਡਾ ਪੁੱਤਰ ਹੈ। ਇਸ ਨਾਨਕ ਦੀ ਕਿਰਪਾ ਦੇ ਰਾਹੀਂ ਹੀ ਮੇਰੀ ਰਾਏ ਭੋਈ ਦੀ ਤਲਵੰਡੀ ਵਸਦੀ ਹੈ। ਇਸ ਕਰਕੇ ਮੈਂ ਆਪਣੀ ਵਸੀਅਤਨਾਮਾ ਤਿਆਰ ਕੀਤਾ ਏ। ਮੇਰੀ ਵਸੀਅਤਨਾਮਾ ਜਿੰਨੀ ਵੀ ਮੇਰੀ ਜ਼ਮੀਨ ਭੂਮੀ ਹੈ, ਇਸ ਭੂਮੀ ਦਾ ਅੱਧੀ ਜ਼ਮੀਨ ਦਾ ਮਾਲਕ ਮੇਰਾ ਛੋਟਾ ਪੁੱਤਰ ਹੋਵੇਗਾ, ਅੱਧੀ ਜ਼ਮੀਨ ਦਾ ਮਾਲਕ ਮੇਰਾ ਵੱਡਾ ਪੁੱਤਰ ਸ਼੍ਰੀ ਨਾਨਕ ਜੀ ਹੋਣਗੇ। ਤੇ ਗੁਰੂ ਸਾਹਿਬ 750 ਮੁਰੱਬਾ ਜਿਹੜੀ ਜ਼ਮੀਨ ਅੱਜ ਵੀ ਪਾਕਿਸਤਾਨ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਨਾਲ ਬੋਲਦੀ ਹੈ, ਜਿਹਨੂੰ ਆਪਾਂ ਨਨਕਾਣਾ ਸਾਹਿਬ ਦੀ ਧਰਤੀ ਨਾਲ ਜਾਣਦੇ ਨਾ ਨਾਮ ਦੇ ਨਾਲ। 750 ਮੁਰੱਬਾ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਹੈ। ਪਿੱਛੇ ਜੇ ਇਹਨਾਂ ਦੇ ਪਰਿਵਾਰ ਦਾ ਝਗੜਾ ਹੋ ਜਿਹੜੀ ਦੀ ਅੱਗੇ ਅੰਸਮਾ ਚੱਲੀ ਹੈ, ਜ਼ਮੀਨ ਭੂਮੀ 'ਤੇ ਝਗੜਾ ਹੋ ਗਿਆ ਤੇ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਝਗੜਾ ਗਿਆ। ਜੋ ਜੱਜ ਦੇ ਸਾਹਮਣੇ ਆਪਣੀਆਂ ਇਹਨਾਂ ਨੇ ਬਿਆਨ ਰੱਖੇ ਨੇ ਤੇ ਜੱਜ ਨੇ ਸਾਰਾ ਬਹੀ ਖਾਤਾ ਦੇਖਿਆ ਤੇ ਜੱਜ ਕਹਿਣ ਲੱਗਾ ਤੁਸੀਂ ਤਾਂ ਇਸ ਭੂਮੀ ਦੇ ਮਾਲਕ ਹੀ ਨਹੀਂ ਹਨ, ਇਸ ਭੂਮੀ ਦੇ ਮਾਲਕ ਤੁਸੀਂ ਨਹੀਂ ਹੈ। ਕਹਿਣ ਲੱਗੇ ਹੱਦ ਹੋ ਗਈ, ਸਾਡੇ ਵੱਡੇ ਰਾਏ ਬੁਲਾਰ ਜੀ ਸਾਡੇ ਮਾਲਕ ਹੋਏ ਨੇ, ਸਾਡੇ ਵੱਡੇ ਵਡੇਰੇ ਹੋਏ, ਉਹਨਾਂ ਦੀ ਜਿਮ ਭੂਮੀ ਹੈ, ਉੱਥੋਂ ਦੇ ਮਾਲਕ ਸੀ। ਤੇ ਜਦੋਂ ਇਸ ਤਰ੍ਹਾਂ ਜੱਜ ਕਹਿਣ ਲੱਗਾ ਦੇਖੋ ਇਹ ਵਸੀਅਤਨਾਮੇ ਵਿੱਚ ਲਿਖਿਆ ਹੋਇਆ ਹੈ, ਪੱਟੇ ਚੜ੍ਹਿਆ ਹੋਇਆ ਏ ਕਿ ਇਸ ਨਗਰੀ ਦਾ ਇਸ ਭੂਮੀ ਦਾ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਹਨ। ਤੇ ਗੁਰੂ ਸਵਾਰਿਓ ਇੰਨਾ ਪ੍ਰੇਮ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬੁਲਾਰ ਜੀ ਦਾ। ਹੁਣ ਸਤਿਗੁਰੂ ਇਸ ਕਰਕੇ ਸਭ ਦੇ ਸਾਂਝੇ ਸਨ। ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਐ, ਬੱਜਨ ਤਾਲ ਮਿਰਦੰਗ ਨਵਾਬਾ। ਤੇ ਸਤਿਗੁਰੂ ਗੁਰੂ ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਨੇ, ਚਾਹੇ ਸਿੱਖਾਂ ਨੇ ਤਾਂ ਮੰਨਣਾ ਹੀ ਹੈ, ਕੋਈ ਜੈਨੀ ਨੇ, ਬੋਧੀ ਨੇ, ਕੋਈ ਵੀ ਹਨ, ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਨੇ ਸਾਰਿਆਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਣਾ ਕੀਤਾ। ਐਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨਿਰੰਕਾਰ ਦਾ ਰੂਪ ਗੁਰੂ ਨਾਨਕ ਪਾਤਸ਼ਾਹ ਜੀ ਤਕਰੀਬਨ 69 ਕੁ ਸਾਲ, ਕਈ ਨੇ 70 ਸਾਲ ਲਿਖਣਾ ਕੀਤੀ, 69.5 ਸਾਲ ਉਮਰ। ਤੇ ਸਤਿਗੁਰੂ ਜੀ ਨੇ ਗੁਰੂ ਧਰਤੀ ਦਾ ਕੋਈ ਕੋਨਾ ਨਹੀਂ ਛੱਡੇ ਜਿੱਥੇ ਤੇ ਪਾਤਸ਼ਾਹ ਨਹੀਂ ਗਏ ਹੋਣ। ਤੇ ਭੁੱਲਿਆਂ ਨੂੰ ਸਤਿਗੁਰੂ ਜੀ ਨੇ ਮਾਰਗ ਪਾ ਦਿੱਤਾ। ਸੋ ਸਤਿਗੁਰੂ ਇੱਥੇ ਬਚਨ ਕਰਦੇ ਨੇ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸ ਮਾਲਕ ਨੂੰ ਪ੍ਰਾਪਤ ਕਰਨ ਦੇ ਲਈ ਕਹਿੰਦੇ ਆਪਣੇ ਆਪ ਨੂੰ ਚੀਨੋ, ਜਪੋ ਜਗਦੀਸ਼ਰ। ਜਗ ਦੇ ਈਸ਼ਰ ਮਾਲਕ ਜਿਹੜਾ ਪਰਮੇਸ਼ਰ ਹੈ ਉਹਦਾ ਨਾਮ ਜਪਣਾ ਕਰੋ। ਹਰ ਜਗਨਨਾਥ ਮਨ ਭਾਇਆ, ਜਿਹੜਾ ਇਸ ਤਰੀਕੇ ਦੇ ਨਾਲ
कमाई करता है, अपने आप की पहचान का शब्द ते सुरती का सुमेल करता है। कहते वो जगन्नाथ परमेश्वर दे मन नूं भाया चंगा लगता है। जो ब्रह्मांड खंड सो जाणो, गुरमुख बूझो शब्द पछाणो। गुरु पातशाह बख्शिश करते हैं, कहते जो ब्रह्मांड, ब्रह्मांड सारे ब्रह्मंडां दे विच जिहड़ा परमेश्वर ब्रह्मंडां दे विच है, खंड सो जाणो। खंड इत्थे खंड दा अर्थ रखना शरीर। कहते उन्होंने शरीर विच भी जानना करो, अपने अंतःकरण में जानना करो, वो बाहर नहीं किते। साडे गुरु पातशाह ने आख्या कि ए जीव तू अपने अंदरों भाल करना कर। जे भगत पीपा जी के बचन आते हैं, जो ब्रह्मिंडे सोई पिंडे, जो खोजै सो पावै, पीपा प्रणवै परम तत् होए, सतगुर होए लखावै। कहते जो ब्रह्मांड विच है वो पिंडे विच शरीर दे विच है, पर गल की है जो खोजै सो, जिहड़ा खोज करदा वो प्राप्त कर लैंदा है। ते आपां बाहर ही टक्करां मारी जा रहे हैं ते अंदर आपां खोज नहीं करते। खोज करन दा समां दिता सतगुरू ने सानू कि सिखा तू अमृत वेले उठ के इशनान कर, इशनान करके चौंकड़ा मार के बैठ ते मुखों आख वाहिगुरू वाहिगुरू वाहिगुरू। इस तरह तू अपने अंदर का ध्यान धारण करके उस मालक की खोज कर। कहते जो इस तरह खोजेगा तैनू वो मालक वाहिगुरू अंदर ही प्राप्त हो जाना है। इस करके सतगुरु कहते ने भाई जिहड़ा जो ब्रह्मांड खंड सो जानो, जिहड़ा ब्रह्मंडां दे विच समाया होया कण कण जिहदा वासा है, उहनूं अपने खंड शरीर विच जानना करो। गुरमुख बूझो शब्द पछाणो। गुरु दे सन्मुख हो के, गुरु वाले बन के कहते इस गल नूं बूझना करो, गुरु दे शब्द राहीं पहचानना करो। शब्द नाल जुड़ांगे ते अंदरों ही फिर परमेश्वर दी सानू प्राप्ति हो जाएगी। शब्द ही ब्रह्म है, घट घट भोगे भोगन हारा, रह अतीत सवाया। परमेश्वर किन्नी शक्ति का मालक है। कहते वो घटां घटां विच समाया होया, हर घट विच बस के वो आप ही गुरु सवारे वो पदार्थ भोग रहा है। सब कुछ आप ही भोग रहा। आप सतगुर के बचन पढ़ते हैं कि जोगी अंदर जोगी आ, तू भोगी अंदर भोगी आ, तेरा अंत ना पाया सुरग मछ प्याल जीओ। हे वाहिगुरू जिहड़े योग साधना में जुड़े हुए ने, लम्मियां समाधियां ला के बैठते, जोगियां विच भी तू ही है। जिहड़े पदार्थवादी सोच वाले ने, विषय रस भोगते ने, उन्हां पदार्थ भोगण वालियां विच तू ही है। तेरा अंत नहीं पाया जा सकदा, तू सारियां थावां ते है। स्वर्ग दे विच भी है, धरती दे उत्ते भी तू ही है, नरकां दे तू ही है, पर सतिन्ना लोकां दे च मालक तेरा ही वासा है। तेरे तो बिना दूजा कोई नहीं है। इस करके घट घट भोगे भोगन हारा। भोगन हार परमेश्वर हर घट विच बोलदा है, हर घट विच हर हिरदे विच बस के वो आप ही भोग रहा है। रह अतीत सवाया, कहते है सारियां दे विच है, पर परमात्मा की ऐसी खेड है, कहते है सारियां विच पर है सारे तो वखरा है। वखरा सारियां तो अपने आप नूं वखरा सदाउंदा है, ते है हर एक दे विच वो समाया होया है। गुरमत बोलो हर जस सूचा, गुरमत आखी देखो ऊचा। गुरु पातशाह जी अखीरले पदे च बख्शिश करते, कहते गुरमत बोलो, गुरु की मत दे धारनी बन के, गुरु पासों उपदेश लैके भाई बोलो, अपनी रसना तो बोलो। की बोलना है? हर जस सूचा। हरि परमात्मा का जस जिहड़ा सच्चा है, यही कहते
बाकी सारे पदार्थ झूठे ने, परमात्मा दा नाम सुच्चा है। बस उस मालक दे जस नूं अपनी रसना दे राहीं जपना करो, उस मालक दा मालक दी वडियाई करना करो, गुरमत दे धारनी बन के। गुरमुख देखो, गुरमुख आखी देखो ऊंचा। कहते गुरमत वाली अख नाल देखना कर भाई। इस इन्हां अखां नाल ना देख, जिहड़ी गुरमत दी अख है, गुरु दी अख है ना, जिहड़ी तैनूं बख्शी है गुरु ने, उहदे राहीं देख। देख के फिर तू की आखेगा कि परमात्मा बहुत बड़ा उच्चा है। क्योंकि अपनी माता राहीं आपां कहांगे परमात्मा बड़ा है, पर सानू विश्वास नहीं होवेगा। पर जो गुरु की मत की आपां धारनी बनांगे, गुरु की मत अनुसार चलांगे ना, तो गुरु ने फिर देखना कि फिर गुरु से बाकी परमात्मा बड़ा है। कहते गुरु की मत लैके तू ये आख, ये देख, फिर तू अपने आखन लग पेगा, देखी भाई वो परमात्मा बहुत बड़ा है। ताइयों पंजवें गुरुदेव महाराज ने गुरु नानक पातशाह के बाद कह दिता कि ज्ञान ध्यान किश कर्म न जाना, सार न जाना तेरी, सब ते बड़ा सतगुर नानक जिन कल राखी मेरी। वो नानक पंजवें गुरुदेव महाराज दी सी। गुरु नानक दा पंजवां स्वरूप उन्हां दी अख सी। उन्होंने उस अख नाल गुरु नानक नूं देखना कीता कि गुरु नानक पातशाह सब तो वड्डे ने। गुरु नानक पातशाह दा कोई भी सतगुर की बरोबरता कोई करने वाला नहीं है। सतगुरु ने देखा तो कह तक सब ते बड़ा सतगुर नानक जिन कर राखी मेरी। तो इस तरह जो आप गुरु की बात लैके आप परमेश्वर नूं देखांगे, गुरु नूं देखांगे, तो फिर आप सारे आखांगे कि परमात्मा बड़ा है, गुरु बहुत बड़ा है, गुरु का कोई हद बन्ना नहीं, परमेश्वर का हद बन्ना नहीं। तो जदों आप गुरु की मत के धारनी बनांगे फिर ही आख सकांगे। तो गुरु की मत तो बिना नहीं आख्या जा सकता। एक बड़ा कह देना, एक बड़े दे गुण उहदे चेते करने किहड़े किहड़े गुण ने। आम आप कहते कि परमेश्वर बड़ा है, परमेश्वर जानदा, पर जदों परमेश्वर के गुणां बाबत जानना, जो बड़ा परमेश्वर है उहदे गुणां बाबत जानना, तो गुणां दे बाबत जानन दे लई सानूं की करना पवेगा, सानूं गुरु की मत लैनी पवेगी, गुरु के शब्द नाल जुड़ना पवेगा। जदों गुरु के शब्द नूं पढ़ांगे, शब्द नूं विचारांगे, ज्यों ज्यों पढ़ते जावांगे तो विचारते जावां, पता लगता जाएगा कि परमेश्वर बड़ा है, बड़ा है। फिर धरती होर परै होर तिसते भार तलै कवन जोर, जी जात रंगा के नाव सबन लिखा बुरी कलाम। जे धरती परे तो परे है, इस तरह परमेश्वर परे तो परे है, उहदा कोई हद बनना ही नहीं है। एडा बड़ा वो मालक है। तो सतगुरु बख्शिश करते हैं, कहते गुरमत आखी देखो उच्चा, गुरमत की अख ना देखना कर। कहते वो भाई जो गुरमत का धारनी बन जाएगा, फिर तू आखेगा कि परमात्मा बहुत बड़ा उच्चा है, वो बड़ा है, उहदा कोई हद बनना नहीं है। श्रवणी नाम सुनै हर बाणी, नानक हर रंग रंगाया। सतगुरु जी अखीरली पंक्ति च बख्शिश करते हैं, कहते जिन्हां ने भाई श्रवणा दे राही किसी की चुगली निंदिया नहीं सुनी, किसी की बेलोड़ी उस्तत नहीं सुनना की, सुनिया कि अपने कन्नां दे राही साहिब की बाणी सुनना की। श्रवणी नाम सुनै गुरबाणी, सब सुनै हर बाणी। कन्नां नाल कहंदे सतगुर की उस्तत सुनी है, हरि का नाम सुनिया, सतगुर की बाणी सुनना कीती। ते जिहड़े इस तरह कन्नां दे नाल सिफत सलाह सुनते, साहिबां की बाणी सुनते हैं, तो पातशाह कहंदे नानक हर रंग रंगाया। उन्होंने अपने आप को हरि के नाम रूपी रंग च रंगा लिया है, वो हरि के नाम रंग च रंगे गए हैं। ये गुरु सवारियो
सतगुरु महाराज ने साडे उत्ते बख्शिश कीती है। दास तो बोलदियां तो एक नहीं अनेकां गलतियां हो गईयां होणगीਆਂ। संगत अते सतगुरु बख्शण जोग हन, भुल चुक दी खिमा करनी जी। आओ अखीरलियां पंक्तियां पढ़ के फतेह बुलाइए। गुरमत बोलो सूचा, गुरमत आखी देखो ऊंचा। श्रवणी नाम सुनै हर वाणी, नानक हर रंग रंगाया। आए प्रभ शरणागति, कृपा नित दया।